ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵੈਲਕਮ ਟੂ ਦੀ ਸਪਿਰਿਚੁਅਲ ਜਰਨੀ दर्शन सागर। आज बहुत देर ਦੇ ਬਾਅਦ ਆਪ ਜੀ ਦੇ रूबरू ਹੋਣ ਦਾ ਮੌਕਾ ਮਿਲਿਆ। ਮੈਂ ਮਾਫੀ ਚਾਹੁੰਦਾ, ਬਹੁਤ ਮੈਸੇਜ ਆਏ ਆ ਕਿ ਕੀ ਗੱਲ ਆਪ ਜੀ ਕੁਛ ਪਾਉਂਦੇ ਨਹੀਂ, ਮਹਾਰਾਜ ਜੀ ਦੇ ਬਾਰੇ ਕੁਛ ਕਹਿੰਦੇ ਨਹੀਂ। ਤੇ ਮੈਂ ਆਪ ਜੀ ਨੂੰ ਦੱਸਾਂ ਕਿ ਕਿਉਂ ਬਿਜੀ ਸੀਗੇ ਤੇ ਕਿਹੜੀ ਗੱਲ ਤੋਂ ਇਹ ਚੀਜ਼ ਮਿਸ ਐਪੀਸੋਡ ਨਹੀਂ ਕਰ ਸਕੇ। संता कहा सहसबा क्या संता का विरथा ना जा, कि जो हजूर महाराज दर्शन दास जी ने किसी ਨੂੰ ਵੀ ਕਿਹਾ, ਕਿਸੇ ਨੂੰ ਵੀ ਆਪਣੇ ਮੁਖ ਤੋਂ ਵਚਨ ਦਿੱਤਾ ਤੇ ਉਹ ਕਦੀ ਵੀ ਵਿਰਥਾ ਨਹੀਂ ਗਿਆ। ਹਾਂ, ਇਹ ਵਚਨ ਕਦੋਂ ਪੂਰਾ ਹੋਣਾ, ਕਿਸ ਵੇਲੇ ਹੋਣਾ, ਇਹ ਉਹਨੂੰ ਪਤਾ, ਸਾਨੂੰ ਨਹੀਂ ਪਤਾ। ਪਰ ਜਦੋਂ ਇੱਕ ਵਾਰੀ ਉਹਨਾਂ ਨੇ ਆਪਣੇ ਮੁਖ ਤੋਂ ਕਹਿ ਦਿੱਤਾ, ਪਹਿਲਾਂ ਤੇ ਉਹ ਛੇਤੀ ਕਿਤੇ ਕਹਿੰਦੇ ਨਹੀਂ ਸੀ। ਉਹ ਇਹ ਕਹਿੰਦੇ ਸੀ ਕਿ ਨਾਨਕ ਪਾਤਸ਼ਾਹ ਮਿਹਰ ਕਰਨਗੇ, ਨਾਨਕ ਪਾਤਸ਼ਾਹ ਕਿਰਪਾ ਕਰਨਗੇ। ਜੇ ਕਹਿੰਦੇ ਸੀ ਤੇ ਫਿਰ ਉਹ ਪੱਥਰ ਤੇ ਲਕੀਰ ਸੀਗੀ। ਤੇ ਇਹਦੇ ਬਾਰੇ ਹੀ ਅੱਜ ਆਪ ਜੀ ਨੂੰ ਮੈਂ ਕੁਛ ਮਹਾਰਾਜ ਜੀ ਦੇ ਬਾਰੇ ਦੱਸਣਾ ਚਾਹੁੰਦਾ ਕਿ ਅਸੀਂ ਨਿਰਾਸ਼ ਹੋ ਜਾਂਦੇ ਹਾਂ ਕਿ ਪਤਾ ਨਹੀਂ ਮਹਾਰਾਜ ਜੀ ਨੇ ਕਿਹਾ ਸੀਗਾ, ਹੋਇਆ ਨਹੀਂ, ਔਰ ਪਤਾ ਨਹੀਂ ਕਦੋਂ ਹੋਣਾ, ਹੋਵੇਗਾ ਜਾਂ ਨਹੀਂ ਹੋਵੇਗਾ, ਪਰ ਉਹ ਜ਼ਰੂਰ ਹੋਵੇਗਾ। ਅੱਜ ਮੈਂ ਆਪ ਜੀ ਨੂੰ ਇਸ ਦੀ ਕਹਾਣੀ ਦੱਸਣ ਜਾ ਰਿਹਾ ਕਿ ਕਿਸ ਤਰ੍ਹਾਂ ਮਹਾਰਾਜ ਜੀ ਵਚਨ ਦਿੰਦੇ ਆ ਤੇ ਕਿਸ ਤਰ੍ਹਾਂ ਪੂਰੇ ਹੁੰਦੇ ਆ, ਕਦੋਂ ਹੋਣੇ ਆ ਇਹ ਉਹਨੂੰ ਪਤਾ। ਹਾਂ, ਮੈਂ ਬਿਜੀ ਸੀਗਾ। ਬਿਜੀ ਇਹ ਸੀਗਾ ਕਿ ਕਬੱਡੀ, ਆਪ ਜੀ ਨੂੰ ਪਤਾ ਹੈ ਕਿ ਮੇਰਾ ਸ਼ੌਂਕ ਹੈ, ਬੜੇ ਸਾਲਾਂ ਤੋਂ ਮੈਂ ਕਬੱਡੀ ਨਾਲ ਜੁੜਿਆ। ਇਸ ਗੇਮ ਨੂੰ ਹਜੂਰ ਮਹਾਰਾਜ ਦਰਸ਼ਨ ਦਾਸ ਵੀ ਖੇਡਿਆ ਕਰਦੇ ਸੀ, ਔਰ ਦਾਸ ਨੂੰ ਵੀ ਮੌਕਾ ਮਿਲਿਆ ਉਹਨਾਂ ਦੇ ਨਾਲ ਕਬੱਡੀ ਖੇਡਣ ਦਾ ਲੋਨੀ ਦਰਬਾਰ 'ਚ। ਤੇ ਹਮੇਸ਼ਾ ਮਹਾਰਾਜ ਜੀ ਦੀ ਔਰ ਮੇਰੇ ਵਿੱਚ ਹੀ ਇਹ ਜਦੋਜਹਿਦ ਹੁੰਦੀ ਸੀਗੀ ਜ਼ਿਆਦਾ, ਕਿਉਂਕਿ ਦਾਸ ਕਬੱਡੀ ਖੇਡਦਾ ਸੀ ਤੇ ਮਹਾਰਾਜ ਜੀ ਵੀ ਖੇਡਦੇ ਹੁੰਦੇ ਸੀ, ਉਹਨਾਂ ਨੂੰ ਵੀ ਸ਼ੌਂਕ ਸੀ। ਪਰ ਹਜੂਰ ਨੂੰ ਕੌਣ ਜਿੱਤ ਸਕਦਾ ਹੈ? ਕੋਈ ਨਹੀਂ। ਔਰ ਕੁਸ਼ਤੀ ਕਰਨਾ, ਵਰਜਿਸ਼ ਕਰਨਾ, ਇਹ ਹਜੂਰ ਦਾ ਆਪਣਾ ਬਹੁਤ ਸ਼ੌਂਕ ਸੀਗਾ। ਇਹਦੇ ਨਾਲ ਦੀ ਜੁੜੀ ਮੈਂ ਆਪ ਜੀ ਨੂੰ ਇੱਕ ਸਾਖੀ ਮਹਾਰਾਜ ਦੀ ਸੁਣਾਉਣ ਜਾ ਰਿਹਾ ਕਿ ਅਸੀਂ ਇੱਥੇ ਬ੍ਰਿਟਿਸ਼ ਕਬੱਡੀ ਲੀਗ ਦਾ ਆਗਾਜ਼ ਕੀਤਾ ਸੀ। ਇਹ ਪਹਿਲੀ ਬ੍ਰਿਟਿਸ਼ ਕਬੱਡੀ ਲੀਗ ਸੀ ਜਿਹੜੀ ਪਹਿਲਾਂ ਕਦੀ ਨਹੀਂ ਹੋਈ ਇੰਡੀਆ ਤੋਂ ਬਾਹਰ। ਜਿਹਦੇ ਵਿੱਚ 8 ਟੀਮਾਂ ਸੀ ਔਰ 4 ਸਿਟੀ ਸੀਗੇ। ਤੇ ਪਿਛਲੇ ਵੀਕਐਂਡ ਤੇ ਜੋ ਸੰਪੂਰਨ ਹੋਈ, ਇਹ ਬਹੁਤ ਵੱਡਾ ਕੰਮ ਸੀ ਜਿਹੜਾ ਮੈਂ ਕਦੀ ਸੋਚਿਆ ਕਰਦਾ ਸੀਗਾ ਕਿ ਹੋਏਗਾ ਜਾਂ ਨਹੀਂ। ਔਰ BBC ਨੇ ਪਹਿਲੀ ਵਾਰ ਇਸ ਕਬੱਡੀ ਦੀ ਲੀਗ ਨੂੰ ਲਾਈਵ ਦਿਖਾਇਆ। ਤੇ ਹੁਣ ਵੀ ਆਪ BBC ਆਈ ਪਲੇਅਰ ਤੇ ਜਾ ਕੇ ਕਬੱਡੀ ਟਾਈਪ ਕਰੋਗੇ ਤੇ ਸਾਰੇ ਮੈਚਸ ਦੇਖ ਸਕਦੇ। ਇਸ ਦੀ ਕਹਾਣੀ, ਇਸ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਕਿ ਦਾਸ ਨੂੰ ਕਬੱਡੀ ਖੇਡਣ ਦਾ ਸ਼ੌਂਕ ਸੀਗਾ, ਸਕੂਲ 'ਚ ਪੜ੍ਹਦਾ ਸੀਗਾ ਤੇ ਕਬੱਡੀ ਦੀ ਟੀਮ ਵਾਸਤੇ ਸਿਲੈਕਸ਼ਨ ਹੋਣੀ ਸੀਗੀ ਸਿਟੀ ਦੀ ਕਬੱਡੀ ਵਾਸਤੇ ਕਪੂਰਥਲਾ ਸ਼ਹਿਰ 'ਚ। ਤੇ ਜਿਸ ਤਰ੍ਹਾਂ ਆਮ ਬੱਚਿਆਂ ਨੂੰ ਹੁੰਦਾ ਹੈ ਕਿ ਜਦੋਂ ਪੇਪਰ ਆਉਂਦੇ ਨੇ, ਐਗਜ਼ਾਮ ਆਉਂਦੇ ਨੇ ਤੇ ਆਪਣੀਆਂ ਪੈਨਸਲਾਂ ਗੁਰੂ ਮਹਾਰਾਜ ਜੀ ਕੋਲ ਲੈ ਕੇ ਜਾਂਦੇ ਨੇ ਕਿ ਉਹ ਇਹਨਾਂ ਨੂੰ ਸਪਰਸ਼ ਕਰਨ, ਇਹਨਾਂ ਨੂੰ ਹੱਥ ਲਾ ਦੇਣ, ਤਾਂ ਕਿ ਇਹ ਜੋ ਹੈ ਇਹਨਾਂ 'ਚ ਉਹਦੀ ਕਿਰਪਾ ਆ ਜਾਏ, ਰਹਿਮਤ ਹੋ ਜਾਏ ਤੇ ਪਾਸ ਹੋ ਜਾਈਏ, ਪੇਪਰ ਚੰਗੇ ਹੋ ਜਾਣ। ਇਹ ਸਭ ਦਾ ਆਸ ਮੁਰਾਦ ਹੁੰਦੀ ਹੈ। ਤੇ ਮੈਂ ਵੀ ਇਹ ਸੋਚ ਕੇ ਕਿ ਬਾਬਾ ਜੀ ਕੋਲ, ਉਸ ਟਾਈਮ ਤੇ ਬਾਬਾ ਜੀ ਕਿਹਾ ਕਰਦੇ ਸੀ ਕਿ ਬਾਬਾ ਜੀ ਕੋਲ ਜਾਵਾਂਗਾ ਤੇ ਉਹਨਾਂ ਅੱਗੇ ਫਰਿਆਦ ਕਰਾਂਗਾ ਕਿ ਬਾਬਾ ਜੀ ਕਿਰਪਾ ਕਰੋ ਕਿ ਮੈਂ ਕਬੱਡੀ ਦੀ ਟੀਮ ਦੇ ਵਿੱਚ ਸਿਲੈਕਟ ਹੋ ਜਾਵਾਂ। ਕਿਉਂ ਇੰਡੀਆ ਦੇ ਵਿੱਚ ਕਿਸੇ ਟੀਮ 'ਚ ਸਿਲੈਕਟ ਹੋਣਾ ਬਹੁਤ ਮੁਸ਼ਕਲ ਹੈ, ਕਠਿਨ ਹੈ। ਡਜ਼ਨਟ ਮੈਟਰ ਕਿ ਤੁਸੀਂ ਕਿੱਡੇ ਵੱਡੇ ਤਗੜੇ ਪਲੇਅਰ ਹੋ, ਪਰ ਜਦ ਤੱਕ ਤੁਹਾਡੀ ਸਿਫਾਰਿਸ਼ ਨਹੀਂ, ਕਿਰਪਾ ਨਹੀਂ, ਤੁਸੀਂ ਗਾਂਹ ਨਹੀਂ ਜਾ ਸਕਦੇ। ਮੈਂ ਵੀ ਆਪਣੇ ਡੈਡੀ ਜੀ ਦੇ ਨਾਲ, ਦਾਸ ਓਮ ਪ੍ਰਕਾਸ਼ ਜੀ ਦੇ ਨਾਲ ਮਹਾਰਾਜ ਜੀ ਕੋਲ ਚਲੇ ਗਏ। ਭੰਡਾਰਾ ਸੀਗਾ ਜਾਂ ਸੰਗਰਾਂਦ ਸੀਗੀ ਜਾਂ ਮੱਸਿਆ ਸੀ, ਬਟਾਲਾ ਸ਼ਹਿਰ ਚਲੇ ਗਏ
ਵੈਸੇ ਤੇ ਸਤਸੰਗ ਕੀਰਤਨ ਸੁਣਨ ਨੂੰ ਬੱਚਿਆਂ ਨੂੰ ਕੋਈ ਮਨ ਨਹੀਂ ਹੁੰਦਾ ਕਿ ਖੇਡਣ ਦਾ ਖੇਡਣ ਦਾ ਜ਼ਿਆਦਾ ਸ਼ੌਂਕ ਹੁੰਦਾ। ਪਰ ਮੈਂ ਡੈਡੀ ਨੂੰ ਕਿਹਾ ਕਿ ਮੈਂ ਵੀ ਜਾਣਾ ਬਾਬਾ ਜੀ ਕੋਲ, ਤੇ ਬੜੇ ਖੁਸ਼ ਹੋਏ, ਕਹਿੰਦੇ ਠੀਕ ਹੈ। ਉੱਥੇ ਚਲੇ ਗਏ, ਕੀਰਤਨ ਸੁਣਿਆ, ਸਤਸੰਗ ਸੁਣਿਆ, ਸਾਰਾ ਦਿਨ ਬਤਾਇਆ। ਤੇ ਜਦੋਂ ਵਿਦਾਇਗੀ ਲੈਣੀ ਸੀ ਤੇ ਮਹਾਰਾਜ ਜੀ ਫਿਰ ਸਾਰਿਆਂ ਸੇਵਕਾਂ ਨੂੰ ਕੱਲਿਆਂ ਕੱਲਿਆਂ ਮਿਲਦੇ ਹੁੰਦੇ ਸੀਗੇ। ਇਸ ਤਰ੍ਹਾਂ ਸਾਰੇ ਖੜੇ ਸੀ ਤੇ ਮਹਾਰਾਜ ਜੀ ਸਭ ਨੂੰ ਆਸ਼ੀਰਵਾਦ ਦੇ ਰਹੇ ਸੀ, ਆਗਿਆ ਲੋਕੀ ਲੈ ਰਹੇ ਸੀਗੇ। ਤੇ ਮੈਂ ਵੀ ਡੈਡੀ ਦੇ ਨਾਲ ਖੜਾ ਸੀਗਾ ਤੇ ਡੈਡੀ ਨੂੰ ਮਤਲਬ ਕਿ ਖਿੱਚ ਰਿਹਾ ਸੀ, ਚੁੰਡੀਆਂ ਵੜ ਰਿਹਾ ਸੀ ਕਿ ਬਾਬਾ ਜੀ ਨੂੰ ਕਹੋ। ਤੇ ਜਦੋਂ ਮਹਾਰਾਜ ਜੀ ਵੀ ਦੇਖ ਰਹੇ ਸੀ ਮੇਰੇ ਵੱਲ ਕਿ ਮੈਂ ਡੈਡੀ ਨੂੰ ਖਿੱਚ ਰਿਹਾ, ਕਹਿ ਰਿਹਾ ਕੁਛ। ਐਨੀਵੇ ਡੈਡੀ ਨੇ ਮਹਾਰਾਜ ਜੀ ਨੂੰ ਕਿਹਾ, ਜੀ ਇਹ ਛੋਟਾ ਆਇਆ, ਇਹ ਕਬੱਡੀ ਦੀ ਟੀਮ ਦੀ ਸਿਲੈਕਸ਼ਨ ਹੈ ਤੇ ਉਹਦੇ ਵਾਸਤੇ ਆਪ ਕੋ ਆਸ਼ੀਰਵਾਦ ਲੈਣ ਆਇਆ ਕਿ ਉਹਦੇ ਵਿੱਚ ਸਿਲੈਕਟ ਹੋ ਜਾਏ। ਮਹਾਰਾਜ ਜੀ ਨੇ ਮੇਰੀ ਤਰਫ ਦੇਖਿਆ, ਜਿਸ ਤਰ੍ਹਾਂ ਆਪ ਪਿੱਛੇ ਫੋਟੋ ਮਹਾਰਾਜ ਜੀ ਦੇਖ ਰਹੇ ਹੋ, ਇਸ ਤਰ੍ਹਾਂ ਮਹਾਰਾਜ ਜੀ ਨੇ ਅੱਖਾਂ 'ਚ ਅੱਖਾਂ ਪਾਈਆਂ ਤੇ ਮੈਂ ਮੂੰਹ ਪਰਾਂ ਨੂੰ ਕਰ ਲਿਆ ਤੇ ਮਹਾਰਾਜ ਜੀ ਮੁਸਕਰਾ ਪਏ, ਜਵਾਬ ਨਹੀਂ ਦਿੱਤਾ। ਫਿਰ ਥੋੜੀ ਦੇਰ ਹੋਈ, ਮੈਂ ਫਿਰ ਏਦਾਂ ਡੈਡੀ ਦਾ ਹਲਾਇਆ ਹੱਥ, ਤੇ ਡੈਡੀ ਨੇ ਕਿਹਾ ਕਿ ਮਹਾਰਾਜ ਜੀ ਆਸ਼ੀਰਵਾਦ ਦਿਓ, ਬੱਚਾ ਕਹਿ ਰਿਹਾ। ਤੇ ਮਹਾਰਾਜ ਜੀ ਨੇ ਮੇਰੇ ਵੱਲ ਦੇਖਿਆ ਤੇ ਮੇਰੇ ਚਿਹਰੇ ਤੇ ਏਦਾਂ ਗੱਲ ਤੇ ਇੱਕ ਚਪੇੜ ਜੀ ਵਾਂਗੂ ਮਾਰਤੀ, ਕਹਿੰਦੇ ਜਾ ਟੇਕਾ ਵੱਜਦਾ, ਕਹਿੰਦੇ ਤੂੰ ਸਿਲੈਕਟ ਹੋਣ ਦੀ ਗੱਲ ਕਰਦਾ, ਕਹਿੰਦੇ ਟਾਈਮ ਆਏਗਾ ਤੂੰ ਕੰਟਰੀਆਂ, ਟਾਈਮ ਆਏਗਾ ਤੂੰ ਬਾਹਰ ਦੇ ਦੇਸ਼ਾਂ, ਟਾਈਮ ਆਏਗਾ ਤੂੰ ਬਾਹਰ ਦੇ ਦੇਸ਼ਾਂ ਦੀ ਨੁਮਾਇੰਦਗੀ ਕਰਿਆ ਕਰੇਗਾ, ਜਾ ਦੌੜ ਜਾ। ਅੱਛਾ, ਕੁਝ ਸਮਝ ਨਹੀਂ ਲੱਗੀ ਕਿ ਮੈਂ ਕੀ ਪੁੱਛ ਰਿਹਾ ਤੇ ਬਾਬਾ ਜੀ ਕੀ ਕਹਿ ਰਹੇ ਆ। ਇਹ ਉਸ ਵੇਲੇ ਮੈਨੂੰ ਯਾਦ ਆ, ਪਰ ਮੈਂ ਸੈਟਿਸਫਾਈ ਨਹੀਂ ਹੋਇਆ ਕਿ ਨਾ ਬਾਬਾ ਜੀ ਨੇ ਕੋਈ ਪ੍ਰਸ਼ਾਦ ਦਿੱਤਾ, ਨਾ ਹੀ ਇਹ ਕਿਹਾ ਕਿ ਜਾ ਤੂੰ ਸਿਲੈਕਟ ਹੋ ਜਾਏਗਾ। ਤੇ ਚਲੋ ਉੱਥੋਂ ਆਗਿਆ ਲਈ, ਡੈਡੀ ਨਾਲ ਆਇਆ, ਪਰ ਮਨ ਬੜਾ ਮਾਯੂਸ ਸੀਗਾ, ਉਦਾਸ ਸੀਗਾ ਕਿ ਬਾਬਾ ਜੀ ਕੋਲ ਸਾਰਾ ਦਿਨ ਗਏ, ਟਾਈਮ ਵੀ ਵੇਸਟ ਕੀਤਾ, ਮੈਂ ਪ੍ਰੈਕਟਿਸ ਤੇ ਚਲੇ ਜਾਂਦਾ ਤੇ ਬਾਬਾ ਜੀ ਨੇ ਕੁਛ ਆਸ਼ੀਰਵਾਦ ਵੀ ਨਹੀਂ ਦਿੱਤਾ। ਤੇ ਜੋ ਬਾਬਾ ਜੀ ਨੇ ਕਿਹਾ ਉਹ ਮੇਰੀ ਸਮਝ ਚੋਂ ਬਾਹਰ ਸੀਗਾ। ਚਲੋ ਟਾਈਮ ਆ ਗਿਆ, ਮੈਂ ਟਰਾਇਲ ਦੇਣ ਗਿਆ ਤੇ ਟਰਾਇਲ ਦੇ ਵਿੱਚ ਮੈਂ ਸਿਲੈਕਟ ਹੋ ਗਿਆ, ਬੜੀ ਖੁਸ਼ੀ ਹੋਈ, ਖੇਡਿਆ। ਉਸ ਤੋਂ ਬਾਅਦ ਕੀ ਕਹਿੰਦੇ ਆ ਕਿ ਜਦੋਂ ਇਹੋ ਜੀ ਚੀਜ਼ ਹੁੰਦੀ ਹੈ, ਬੰਦੇ ਨੂੰ ਭੁੱਲ ਜਾਂਦਾ ਕਿ ਮੈਂ ਕਿੱਥੋਂ ਕੀ ਮੰਗਿਆ ਸੀ ਤੇ ਕੀ ਮੈਨੂੰ ਮਿਲਿਆ। ਬੰਦਾ ਇਹ ਸੋਚਦਾ ਕਿ ਮੇਰੀ ਆਪਣੀ ਕਾਬਲੀਅਤ ਸੀ ਤੇ ਮੈਂ ਹੋ ਗਿਆ। ਉਸ ਤੋਂ ਬਾਅਦ ਸਟੇਟ ਲੈਵਲ ਦੇ ਕੰਪੀਟੀਸ਼ਨ ਵਾਸਤੇ ਟਰਾਇਲ ਸੀਗੇ, ਮੈਂ ਉਹ ਵੀ ਟਰਾਇਲ ਦਿੱਤੇ, ਉਹ 'ਚ ਵੀ ਮੈਂ ਪਾਸ ਹੋ ਗਿਆ, ਸਿਲੈਕਟ ਹੋ ਗਿਆ। ਫਿਰ ਉਸ ਤੋਂ ਬਾਅਦ ਫਿਰ ਟਰਾਇਲ ਸੀਗੇ ਆਲ ਇੰਡੀਆ ਦੇ, ਮੈਂ ਉਹਦੇ 'ਚ ਸਿਲੈਕਟ ਹੋ ਗਿਆ। ਸੋ ਮੈਂ ਮਤਲਬ ਕਿ ਪਿੱਛੇ ਮੁੜ ਕੇ ਨਹੀਂ ਦੇਖਿਆ ਸੀ, ਪਰ ਮੇਰੇ ਦਿਮਾਗ 'ਚੋਂ ਇਹ ਚੀਜ਼ ਨਿਕਲ ਗਈ ਸੀ ਕਿ ਬਾਬਾ ਜੀ ਨੇ ਕੀ ਆਸ਼ੀਰਵਾਦ ਦਿੱਤਾ। ਐਨੀਵੇ ਉਹ ਟਾਈਮ ਨਿਕਲ ਗਿਆ। ਆਲ ਇੰਡੀਆ ਦੇ ਕੰਪੀਟੀਸ਼ਨ ਇੰਡੀਆ ਦੇ ਵਿੱਚ ਅੰਮ੍ਰਿਤਸਰ ਸੀ ਲਾਸਟ 1981-82 ਦੇ ਵਿੱਚ, ਉਹਦੇ 'ਚ ਅਸੀਂ ਫਾਈਨਲ 'ਚ ਪਹੁੰਚੇ ਤੇ ਪਹਿਲੀ ਵਾਰੀ ਪੰਜਾਬ ਦੀ ਟੀਮ ਨੇ ਕਿੰਨੇ ਸਾਲਾਂ ਬਾਅਦ ਇਹ ਸਿਲਵਰ ਮੈਡਲ ਜਿੱਤਿਆ, ਤੇ ਜਿਹਦੇ ਵਿੱਚ ਦਾਸ ਵੀ ਸੀਗਾ ਵਾਈਸ ਕੈਪਟਨ, ਤੇ ਜੋ ਕੈਪਟਨ ਸੀ ਉਹਦਾ ਅਮਰੀਕ ਸਿੰਘ ਸੀ। ਉਹ ਸਮਾਂ ਬੀਤ ਗਿਆ, ਡੇਰੇ ਆ ਗਏ, ਲੋਨੀ ਦਰਬਾਰ ਰਹਿਣ ਲੱਗ ਪਏ, ਉੱਥੇ ਮਹਾਰਾਜ ਜੀ ਦੇ ਨਾਲ ਰਹਿਣਾ ਸ਼ੁਰੂ ਹੋ ਗਿਆ, ਕਬੱਡੀ ਵੀ ਖੇਡਣੀ, ਕੁਸ਼ਤੀ ਵੀ ਕਰਨੀ। ਤੇ ਜਦੋਂ ਸ਼ਾਮ ਨੂੰ ਹਜ਼ੂਰ ਮਹਾਰਾਜ ਜੀ ਪਿੱਛੇ ਆ ਜਾਂਦੇ ਸੀ ਛਪਰਾਂ ਦੇ ਵਿੱਚ, ਜਿੱਥੇ ਸਾਰੀ ਡੇਰੇ ਵਾਲੇ ਰਹਿੰਦੇ ਸੀ। ਲੋਨੀ ਦਰਬਾਰ 'ਚ ਕੀ ਡੇਲੀ ਰੂਟੀਨ ਸੀ ਕਿ ਸਵੇਰੇ ਸੰਗਤਾਂ ਆਉਂਦੀਆਂ ਸੀਗੀਆਂ ਤੇ ਆਪਣਾ ਦਰਬਾਰ ਤੇ ਆਣਾ, ਤਿਲਕ ਲਗਾਣਾ, ਦਰਬਾਰ ਸਾਹਿਬ ਮੱਥਾ ਟੇਕਣਾ, ਲੰਗਰ ਛਕਣਾ, ਕੀਰਤਨ ਸੁਣਨਾ, ਸਤਸੰਗ ਸੁਣਨਾ ਤੇ ਗੱਦੀ ਤੇ ਆਪਣਾ ਦੁੱਖ ਸੁੱਖ ਦੱਸ ਕੇ ਤੇ ਵਾਪਸ ਚਲ ਜਾਣਾ। ਉਸ ਵੇਲੇ ਕੀ ਸੀ ਕਿ ਜੋ ਸੇਵਕ ਆਉਂਦੇ ਸੀ ਉਹਨਾਂ ਨੂੰ ਸਰੋਵਰ ਸਾਹਿਬ, ਜਿੱਥੇ ਸਰੋਵਰ ਸਾਹਿਬ ਹੈਗਾ, ਉਹ ਤੋਂ ਪਿੱਛੇ ਜਾਣ ਦੀ ਆਗਿਆ ਨਹੀਂ ਹੁੰਦੀ, ਸਤਸੰਗ ਸੁਣ ਕੇ ਇੱਧਰ ਆਣਾ। ਕਿ ਪਿੱਛੇ ਜਿਹੜੇ ਰਹਿੰਦੇ ਸੀ, ਮਹਾਰਾਜ ਕਹਿੰਦੇ ਮੇਰਾ ਪਰਿਵਾਰ ਹੈ ਔਰ ਉਹ ਪ੍ਰਾਈਵੇਟ ਹੈ। ਸ਼ਾਮ ਨੂੰ ਜੋ ਸਾਰੇ ਚਲੇ ਜਾਂਦੇ ਸੀ ਤਾਂ ਹਜ਼ੂਰ ਮਹਾਰਾਜ ਜੀ ਪਿੱਛੇ ਆ ਕੇ ਬੈਠ ਜਾਂਦੇ ਸੀ ਸ਼ਾਮ ਦੇ ਵੇਲੇ ਤੇ। ਔਰ ਹਮੇਸ਼ਾ ਦੀ ਤਰ੍ਹਾਂ ਜ਼ਿਆਦਾਤਰ ਬਾਊ ਜੀ, ਜਿੱਥੇ ਮੇਰੇ ਮੰਮੀ ਡੈਡੀ ਫਾਦਰ ਫੈਮਿਲੀ ਰਹਿੰਦੀ ਸੀ,
उस छप्पर दे बाहर मंजी डट जाती सी, उत्थे महाराज जी बैठ जाते सी ते रब दीयां गल्लां बातां शुरू हो जांदियां सी। मैनूं याद आ उस वेले महाराज जी ने बाहर जाना सीगा, महाराज जी इंग्लैंड आया करदे सी ते पिछों संगत बहुत उदास हो जाती सी ते संगत पुछदी हुंदी सी कि महाराज जी इंग्लैंड किद्दां है, उत्थे की असीं भी जावां करांगे, कि उत्थे भी इत्थे वांगू मेले लगन करनगे, ते वलैत कहंदे हुंदे सी, वलैत। ते मैनूं याद है कि उस वेले महाराज जी ने कहा कि कोई नहीं, मौका आएगा बीबा तुसी भी उत्थे चक्कर लाओगे, तुसी भी जाओगे। ते बड़ियां ने कहना महाराज जी अपना जहाज ही ले लो, महाराज ने कहा कोई गल नहीं अपना जहाज ले लांगे, ते तां कि असीं सारे ही रैगूलर आया जाया करिए। सो ये गल्लां बातां हसी मजाक च चले जांदियां सीगियां ते किसी नूं कोई पता ही नहीं सीगा कि असीं की कह रहे हैं और हजूर की कह रहे हैं। उत्थे रहिंदियां दिन बीतदे गए ते 84 तो बाद सारे परिवार जो है विछड़ गए, सब अपनी अपनी जगह ते जिथे भी किते महाराज जी ने मौका दिता वो सैट हो गए, पर हजूर ने कदी भी किसी नूं ओदी पिठ नहीं लगन दिती, उन्हें रुलन नहीं दिता। मेरे ख्याल नाल सब इस वेले जिहड़े उत्थे परिवार रहिंदे सीगे अपनी अपनी जगह सैट ने, सब को धीआं पुत्तर बाल बच्चे ने। इस साकी नूं मैं तां सुणा रिहा कि दो साकियां, एक मेरी ते एक जदों डेरे महाराज जी ने कहा सी कि भी इंग्लैंड तुसीं आया करो, जाओगे किसे उत्थों दे भी दरबार दे दर्शन करोगे। सो ये दो साकियां दी कहानी ये है कि जिहड़ी मैनूं महाराज जी ने उस वेले कहा मेरे दिमाग चों निकल गया, वो 2012 दे विच पहली वारी मैं इंग्लैंड दी टीम जो कि लड़कियां दी बनाई, पहला इंग्लैंड इंडिया तो बाद कदी भी लड़कियां दी टीम नहीं हुंदी सी, वो सब गोरियां लड़कियां सीगियां। मैं ते मेरी मिसिस असीं दोनां ने वो टीम दी नुमाइंदगी कीती। मैं कोच सीगा ते मिसिस अपना मैनेजर सन, ते असीं इंडिया लैके गए। उत्थे जाके रात नूं मेरे दिमाग दे विच आया कि यार एड्डी वड्डी करामात, एड्डी वड्डी गल हो गई जिहदे मैं काबिल भी नहीं, ये किद्दां हो गया। अज मैं इंग्लैंड दी टीम लैके आया इंडिया, ते बड़े यारां दोस्तां ने सलागा कीती, उत्थे भी बड़ी सलागा हुई कि भी इंग्लैंड च गोरियां नूं कबड्डी सिखाती। फिर उत्थे रात नूं हजूर दे ये दर्शन हुंदे ने, ओहो ही सीन मैनूं चेता आंदा जो बटाले दरबार च महाराज जी ने कहा सी बड़े साल पहला, ते मैं समझ नहीं पाया। फिर महाराज जी दा वो ख्याल आया, फिर मैनूं वो पिछली जिहड़ी चीज याद आई कि जदों मैं बच्चा हुंदा सी ते उत्थे गया सी ते हजूर ने कहा सी कि तूं ते विदेशां दीयां टीमां दी नुमाइंदगी करया करेगा। अज इंग्लैंड दी टीम दी नुमाइंदगी असीं दोने मियां बीबी कर रहे हैं। फिर मैं ये प्लान बनाया, मैं ये जो गल कुड़ियां नूं दसी, टीम नूं दसी, वो कहंदे कि असीं उत्थे जाना चाहते हैं। महाराज दी किरपा होई ते मैं सिक्योरिटी नूं कहा, जद कि सानूं अलाउड नहीं सीगा कि मैं उत्थे जाना चाहता, असीं जाना अमृतसर सीगा। ते उस वेले महाराज तरलोचन जी बटाला दरबार सीगे, ते मेरे ख्याल 5, 6, 7 दा भंडारा सी, दसंबर दी गल है। मैं उन्हां नूं कहा कि मैं इत्थे टीम लिआना चाहता, ते वो कहंदे जी सदके। उस दिन असीं कोच दे विच सारियां गुड्डियां, साडी सिक्योरिटी, असीं बटाला दरबार पहुंचे, जिथे साडा खूब स्वागत किया गया। मैनूं रोन आ गया, मन भी भर गया कि उस दरबार दे विच फुल्लां दी वर्षा कीती गई, बहुत ज़्यादा प्यार मिलिया। और उस बटाले धरती ते जदों दरबार बैठे सीगे ते उत्थे अपना मीडिया भी आया होया सीगा, ते उन्हां ने मैनूं कुछ कहण वास्ते कहा। और उस दिन मैं कहा ये वो धरती है, वो जगह जिथे मैं अज खड़ा कि इस स्थान ते मेरे हजूर महाराज दर्शन दास सिंह ने मैनूं गल कही सी, वचन दिता सी अपने मुख तो, ते मैनूं समझ नहीं आई सी, ते अज मैनूं वो समझ आई है इन्ने सालां बाद कि दाते ने की किया सी। मेरा ख्याल 1978
ਜਾਂ 79 ਇਹਦੇ ਲਾਗੇ ਚਾਹਦੀ ਇਹਦੇ ਲਾਗੇ ਦੀ ਗੱਲ ਹੈਗੀ ਹੈ। ਉਹ ਸਾਲ 'ਚ ਇਹ ਗੱਲ ਕਹੀ ਸੀ ਤੇ 2012 ਦੇ ਵਿੱਚ ਜਦ ਮੈਂ ਦਰਬਾਰ ਤੇ ਖੜਾ ਸੀ ਔਰ ਉਹ ਚੀਜ਼ ਦਾ ਪ੍ਰਤੱਖ ਪ੍ਰਮਾਣ ਹੋਇਆ। ਜਿਸ ਤਰ੍ਹਾਂ ਮੈਂ ਆਪ ਜੀ ਨੂੰ ਕਿਹਾ ਕਿ ਅਸੀਂ ਸੋਚਾਂ 'ਚ ਪੈ ਜਾਂਦੇ ਨੇ, ਮਹਾਰਾਜ ਜੀ ਨੇ ਕਿਹਾ ਸੀ, ਹੋਇਆ ਨਹੀਂ। ਹੁਣ ਆਪ ਜੀ ਆਈਡੀਆ ਲਾ ਲਓ ਕਿੰਨੇ ਸਾਲਾਂ ਬਾਅਦ ਜਾ ਕੇ ਉਹ ਚੀਜ਼ ਹੋਈ ਔਰ ਉਸ ਧਰਤੀ ਤੇ ਮੈਂ ਟੀਮ ਨੂੰ ਲੈ ਕੇ ਗਿਆ ਜਿਹੜੀ ਬਾਹਰੋਂ ਇੰਗਲੈਂਡ ਦੀ ਟੀਮ ਸੀਗੀ ਔਰ ਮਨ 'ਚ ਇਹ ਆਇਆ ਕਿ ਦਾਤਾ ਕਿ ਮੈਂ ਇਹਦੇ ਕਾਬਲ ਨਹੀਂ ਕਿ ਜੋ ਆਪ ਜੀ ਨੇ ਮੈਨੂੰ ਰੁਤਬਾ ਬਖਸ਼ਿਆ, ਜੋ ਇੱਜ਼ਤ ਬਖਸ਼ੀ ਹੈ ਦਾਤਾ, ਮੈਂ ਇਹਦੇ ਕਾਬਲ ਨਹੀਂ। ਪਰ ਦਾਤੇ ਦੇ ਵਚਨ ਅਟਲ ਸੀ। ਉਸ ਤੋਂ ਸ਼ੁਰੂਆਤ ਹੋਈ, ਉਸ ਤੋਂ ਬਾਅਦ ਮੁੜ ਕੇ ਕਿਤੇ ਨਹੀਂ ਦੇਖਿਆ, ਕਦੀ ਨਹੀਂ ਮਹਾਰਾਜ ਨੇ ਦੇਖਣ ਦਿੱਤਾ। ਇੰਗਲੈਂਡ ਦਾ ਪ੍ਰੈਜ਼ੀਡੈਂਟ ਬਣਾਇਆ, ਉਸ ਤੋਂ ਬਾਅਦ ਯੂਰਪ ਦਾ ਪ੍ਰੈਜ਼ੀਡੈਂਟ ਬਣਾਇਆ ਔਰ ਇਸ ਵੇਲੇ ਵਰਲਡ ਕਬੱਡੀ ਜੋ ਕਿ 48 ਮੁਲਕਾਂ ਦੇ ਵਿੱਚ ਇਹਦੀਆਂ ਸ਼ਾਖਾ ਨੇ, ਉਹਦਾ ਵੀ ਪ੍ਰੈਜ਼ੀਡੈਂਟ ਬਣਾਇਆ। ਤੇ ਹੁਣ ਮਨ 'ਚ ਜੋ ਇੱਛਾ ਸੀ ਇਹ ਕਬੱਡੀ ਕਦੀ ਵੱਡੇ ਚੈਨਲ ਤੇ ਆਏਗੀ, ਇਹਦੀ ਲੀਗ ਹੋਏਗੀ। ਸੋ ਉਸ ਵਚਨ ਨੇ ਜੋ ਮਹਾਰਾਜ ਨੇ ਵਚਨ ਦਿੱਤੇ ਸੀ ਉਹ ਪਿਛਲੇ ਜੋ ਵੀਕ ਹੈ ਪੂਰੇ ਹੋਏ। ਪਿਛਲਾ ਸਾਰਾ ਮਹੀਨਾ ਅਸੀਂ ਬਿਜ਼ੀ ਰਹੇ, ਹਰ ਵੀਕਐਂਡ ਤੇ ਕਬੱਡੀ ਦੇ ਮੈਚਿਸ ਹੁੰਦੇ ਸੀ ਤੇ ਦਾਤੇ ਨੇ ਉਹ ਵੀ ਸੁਪਨਾ ਜੋ ਹੈ, ਉਹ ਵੀ ਜੋ ਵਚਨ ਪੂਰਾ ਕਰ ਦਿਖਾਇਆ। ਆਪ ਜੀ ਸੋਚ ਸਕਦੇ ਹੋ, ਇਹ ਜੇ ਮੈਂ ਸੋਚਾਂ ਕਿ ਮੇਰੀ ਆਪਣੀ ਲਿਆਕਤ ਹੈ ਜਾਂ ਮੇਰੀ ਮਿਹਨਤ ਹੈ, ਇਹ ਨਹੀਂ ਹੈਗਾ। ਇਹ ਜੋ ਦਾਤਾ ਪਿੱਛੇ ਖੜਾ ਬੈਠਾ, ਇਹ ਉਹਦੀ ਰਹਿਮਤ ਹੈ। ਮੇਰਾ ਨਾ ਤੇ ਏਡਾ ਵੱਡਾ ਕੱਦ ਹੈ ਤੇ ਨਾ ਇੰਨਾ ਸਰਮਾਇਆ, ਨਾ ਇੰਨਾ ਸਟੇਟਸ ਹੈ, ਪਰ ਦਾਤੇ ਨੇ ਬਣਾ ਦਿੱਤਾ। ਸੋ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਦੀ ਵੀ ਡੋਲੋ ਨਾ, ਜੋ ਉਹਦੇ ਕੋਲ ਮੰਗਦੇ ਹੋ ਕੀ ਠੀਕ ਹੈ ਤੇ ਕਦੋਂ ਹੈ, ਉਹ ਜ਼ਰੂਰ ਪੂਰਾ ਕਰਦਾ। ਪਰ ਇਸ ਕਰਕੇ ਮੈਂ ਆਪ ਜੀ ਦੇ ਰੂਬਰੂ ਔਰ ਆਪ ਜੀ ਵਾਸਤੇ ਮਹਾਰਾਜ ਜੀ ਦਾ ਕੋਈ ਵੀ ਐਪੀਸੋਡ ਨਹੀਂ ਪਾ ਸਕਿਆ। ਇਹ ਮੇਰੇ ਦਾਤੇ ਦੀ ਦਿੱਤੀ ਦੇਣ ਦੇ ਵਿੱਚ ਮੈਂ ਬਿਜੀ ਸੀਗਾ। ਮੈਨੂੰ ਫਕਰ ਹੋਇਆ ਕਿ ਜਦੋਂ ਉੱਥੇ ਇੱਕ ਪੁਰਾਣਾ ਸੇਵਕ ਆਇਆ ਜਿਹਨੇ ਟੈਲੀਵਿਜ਼ਨ ਤੇ ਦੇਖਿਆ ਤੇ ਉੱਥੇ ਕਬੱਡੀ ਦੇਖਣ ਆਇਆ ਤੇ ਬਹੁਤ ਖੁਸ਼ ਹੋਇਆ। ਕਹਿੰਦਾ ਮੈਂ ਟੀਵੀ ਤੇ ਦੇਖਿਆ ਕਿ SND ਦਾ ਬੋਰਡ ਪਿੱਛੇ ਲੱਗਾ ਸੀ ਐਡਵਰਟਾਈਜ਼ਮੈਂਟ ਦਾ ਤੇ ਸ਼ਮਸ਼ੀਰ ਨਾਲ ਲੱਗੀ ਸੀ ਤੇ ਆਪ ਜੀ ਨੂੰ ਦੇਖਿਆ ਉੱਥੇ ਫਿਰਦਿਆਂ ਨੂੰ ਮੇਨ ਆਰਗੇਨਾਈਜ਼ਰ ਦੇ ਤੌਰ ਤੇ ਮੇਰਾ ਦਿਲ ਬਹੁਤ ਖੁਸ਼ ਹੋਇਆ ਕਿ ਸਾਡੇ ਮਹਾਰਾਜ ਜੀ ਦਾ ਸੇਵਕ ਕਿ ਅੱਜ ਮਹਾਰਾਜ ਦੀ ਕਿਰਪਾ ਨਾਲ ਕਿੱਥੇ ਪਹੁੰਚ ਗਿਆ ਤੇ ਉਹ ਉੱਥੇ ਕਬੱਡੀ ਦੇਖਣ ਆਏ ਤੇ ਮੈਨੂੰ ਜੱਫੀ ਪਾਈ। ਦਾਸ ਸੁਖੀ ਜੀ ਉਹਨਾਂ ਦਾ ਨਾਂ ਹੈ, ਗਰੀਬਜ਼ੈਂਡ ਤੋਂ। ਤੇ ਬਹੁਤ ਜ਼ਿਆਦਾ ਮਹਾਰਾਜ ਨੇ ਗੱਲਾਂ ਕੀਤੀਆਂ, ਬਹੁਤ ਪ੍ਰਾਊਡ ਕੀਤਾ ਤੇ ਮੈਂ ਇਹਨੂੰ ਕਿਹਾ ਸੀ ਕਿ ਮੈਂ ਕਿਹਾ ਨਹੀਂ, ਇਹ ਮੈਂ ਨਹੀਂ, ਇਹ ਉਹ ਦਰਸ਼ਨ ਦਾਸ ਜਿਨੇ ਇਹ ਰਹਿਮਤ ਕੀਤੀ, ਮਿਹਰ ਕੀਤੀ, ਮੈਂ ਕੁਛ ਨਹੀਂ। ਸੋ ਆਪ ਜੀ ਦੇਖ ਸਕਦੇ ਹੋ ਕਿ ਜੋ ਮੰਗੀਏ ਉਹਦੇ ਕੋਲੋਂ ਨਾ ਉਹ ਦਿੰਦਾ ਹੈ, ਪਰ ਟਾਈਮ ਹੈ ਕਦੋਂ ਕਿੱਥੇ ਉਹਨੂੰ ਪਤਾ। ਇਹ ਤੇ ਮੇਰੀ ਦਾਸਤਾਨ ਸੀ। ਦੂਸਰਾ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ ਜੋ ਮੈਂ ਆਪ ਜੀ ਨੂੰ ਲੋਨੀ ਦਰਬਾਰ ਦਾ ਕਿਹਾ ਕਿ ਉੱਥੇ ਸੰਗਤਾਂ ਕਹਿੰਦੀਆਂ ਹੁੰਦੀਆਂ ਸੀ ਮਹਾਰਾਜ ਜੀ ਅਸੀਂ ਵੀ ਕਦੀ ਦਰਬਾਰ ਦੇਖਾਂਗੇ, ਅਸੀਂ ਵੀ ਜਾਵਾਂਗੇ, ਅਸੀਂ ਵੀ ਜਹਾਜ਼ ਦੀ ਸੈਰ ਕਰਾਂਗੇ। ਉਸ ਵੇਲੇ ਜੇਬ ਵਿੱਚ 10 ਪੈਨੀਆਂ ਵੀ ਨਹੀਂ ਹੁੰਦੀਆਂ ਸੀਗੀਆਂ। ਡੇਰੇ ਰਹਿਣਾ, ਡੇਰੇ ਖਾਣਾ, ਡੇਰੇ ਸੋਣਾ, ਦਿਨਾਂ ਦਾ ਪਤਾ ਹੀ ਨਹੀਂ ਹੁੰਦਾ ਸੀ, ਕੋਈ ਵਿਆਹ ਸ਼ਾਦੀ ਦਾ ਪਤਾ ਨਹੀਂ, ਰਿਸ਼ਤੇਦਾਰਾਂ ਦਾ ਪਤਾ ਨਹੀਂ ਹੁੰਦਾ ਸੀ। ਦਾਤੇ ਦੇ ਨਾਲ ਉੱਥੇ ਜਿਹੜੇ ਸਾਲ ਗੁਜ਼ਰੇ ਉਹਨਾਂ ਦਾ ਕੋਈ ਪਤਾ ਨਹੀਂ ਹੁੰਦਾ। ਏਦਾਂ ਸੀ ਕਿ ਅਸੀਂ ਸੱਚਖੰਡ ਦੇ ਵਿੱਚ ਆ ਜਿੱਥੇ ਇਸ ਤੋਂ ਬਾਅਦ ਹੋਰ ਕੁਝ ਨਹੀਂ ਹੈ। ਉਹ ਜੋ ਵਚਨ ਮਹਾਰਾਜ ਜੀ ਨੇ ਫੈਮਿਲੀ ਨੂੰ ਦਿੱਤੇ, ਜੋ ਮੇਰੀਆਂ 3 ਭੈਣਾਂ ਜੋ ਮੈਂ ਪਿੱਛੇ ਐਪੀਸੋਡ ਪਾਇਆ ਸੀ ਲਾਸਟ 3 ਦੇਵੀਆਂ, ਉਹ ਇੱਥੇ ਆਈਆਂ ਸੀ। ਉਹ ਤਾਂ ਆਈਆਂ ਸੀ ਕਿ ਹਜ਼ੂਰ ਮਹਾਰਾਜ ਜੀ ਨੇ ਕਿਹਾ ਸੀ। ਸਰੀਰਕ ਰੂਪ ਚ ਹਜ਼ੂਰ ਮਹਾਰਾਜ ਜੀ ਤਾਂ ਚਲੇ ਗਏ ਪਰ ਉਹਨਾਂ ਦੇ ਵਚਨ ਅਟਲ ਨੇ।
ਉਹਨਾਂ ਨੇ ਵਚਨ ਦਿੱਤਾ ਸੀ ਤੇ ਉਹ ਤਿੰਨੇ ਭੈਣਾਂ ਇੱਥੇ ਆਈਆਂ। 6 ਹਫ਼ਤੇ ਉਹ ਇੱਥੇ ਰਹੀਆਂ, ਦਰਬਾਰ ਦੇ ਦਰਸ਼ਨ ਕੀਤੇ। 11 ਚਰਚਿਲ ਰੋਡ ਤੇ ਜਾਇਆ ਕਰਦੀਆਂ ਸੀਗੀਆਂ, ਕਿ ਘਰ ਆਮੋ ਸਾਹਮਣੇ ਆ, ਰੋਜ਼ ਸੇਵਾ ਕਰਦੀਆਂ ਸੀਗੀਆਂ। ਉੱਥੇ ਸਾਡੀਆਂ ਭੈਣਾਂ ਜੋ ਡਿਊਟੀ ਕਰਦੀਆਂ, ਉਹਨਾਂ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੂੰ। ਉਹਨਾਂ ਦੀ ਉਡੀਕ ਕਰਦੀਆਂ ਰਹਿੰਦੀਆਂ ਸੀਗੀਆਂ ਕਿ ਕਦੋਂ ਆਉਣਗੇ ਲੰਗਰ ਛਕਣ ਵਾਸਤੇ। ਆਪਣੇ ਘਰ ਬੁਲਾ, ਉਹਨਾਂ ਨੂੰ ਬਾਹਰ ਲੈ ਕੇ ਜਾ। ਪਤਾ ਹੀ ਨਹੀਂ ਲੱਗਿਆ ਕਿ 6 ਹਫ਼ਤੇ ਕਿੱਦਾਂ ਗੁਜ਼ਰ ਗਏ। ਅਸੀਂ ਕਬੱਡੀ 'ਚ ਬਿਜ਼ੀ ਸੀਗੇ, ਪਰ ਉਹਨਾਂ ਨੂੰ ਸੇਵਕਾਂ ਨੇ ਪਤਾ ਨਹੀਂ ਲੱਗਣ ਦਿੱਤਾ ਕਿ ਅਸੀਂ ਉਹਨਾਂ ਦੇ ਨਾਲ ਆ ਚੱਲੇ। ਜਿੱਥੇ ਜਾਣਾ ਆਣਾ, ਦਾਤਾ ਹੈ ਜਾਂ ਨਹੀਂ, ਇਹ ਉਹਨੂੰ ਪਤਾ ਜਿਹਨੂੰ ਉਹਦੇ ਦਰਸ਼ਨ ਹੁੰਦੇ ਨੇ। ਔਰ ਇੱਥੇ ਦਰਬਾਰ ਦੇ ਵਿੱਚ ਉਹਨਾਂ ਨੂੰ ਹਜ਼ੂਰ ਮਹਾਰਾਜ ਜੀ ਦੇ ਦਰਸ਼ਨ ਹੋਏ, ਔਰ ਉਹਨਾਂ ਦਾ ਸਰੀਰ ਕੰਬਣ ਲੱਗ ਗਿਆ ਕਿ ਇੱਥੇ ਨਾਨਕ ਨਾਮ ਦਾ ਜਾਪ ਚੱਲਦਾ। ਤੇ ਉਹ ਬੈਠੇ ਸੀਗੇ ਤੇ ਹਜ਼ੂਰ ਮਹਾਰਾਜ ਜੀ ਸਾਖਸ਼ਾਤ ਆਏ, ਉਹਨਾਂ ਨੂੰ ਦਰਸ਼ਨ ਦਿੱਤੇ। ਫਿਰ ਮੇਰੇ ਇੱਥੇ ਘਰ ਮੇਰਾ ਇੱਕ ਦੋਸਤ ਬਚਪਨ ਦਾ, ਜਿੰਨਾ ਮੇਰੇ ਨਾਲ ਕਬੱਡੀ ਖੇਡਦਾ ਹੁੰਦਾ ਸੀ, ਇਸ ਵੇਲੇ ਉਹ ਲੈਕਚਰਰ ਆ, ਪ੍ਰੋਫੈਸਰ ਆ ਬੇਗੋਵਾਲ ਕਾਲਜ ਪੰਜਾਬ 'ਚ। ਉਹਨਾਂ ਨੂੰ ਇੱਥੇ ਬੁਲਾਇਆ ਸੀ ਹੈਲਪ ਕਰਨ ਵਾਸਤੇ ਕਬੱਡੀ 'ਚ, ਕੋਈ ਇੱਥੇ ਸਪੈਸ਼ਲਿਸਟ ਚਾਹੀਦੇ ਸੀਗੇ। ਉਹ ਇਸ ਘਰ, ਸਾਡੇ ਘਰ 'ਚ 16 ਚਰਚਿਲ ਰੋਡ 'ਚ ਰਹਿੰਦੇ ਸੀਗੇ। ਉਹਨਾਂ ਨੂੰ ਮਹਾਰਾਜ ਜੀ ਬਾਰੇ ਕੋਈ ਪਤਾ ਨਹੀਂ। ਇੰਨਾ ਉਹਨਾਂ ਨੂੰ ਪਤਾ ਕਿ ਜਦੋਂ ਕਪੂਰਥਲੇ ਰਹਿੰਦੇ ਸੀਗੇ, ਕੋਈ ਬਾਬਾ ਜੀ ਸੀਗੇ ਜਿਨ੍ਹਾਂ ਦੇ ਨਾਲ ਇਹ ਚਲੇ ਗਏ। ਕਪੂਰਥਲੇ ਸਭ ਇਹੋ ਹੀ ਸੋਚਦੇ ਸੀ, ਕੋਈ ਬਾਬਾ ਜੀ ਇਹਨਾਂ ਦੇ ਪਰਿਵਾਰ 'ਚ ਆਉਂਦੇ ਸੀ, ਸਾਰੇ ਪਰਿਵਾਰ ਨੂੰ ਲੈ ਕੇ ਚਲੇ ਗਏ। ਉਸ ਤੋਂ ਬਾਅਦ ਸਾਡਾ ਕਨੈਕਸ਼ਨ ਕੋਈ ਨਹੀਂ ਰਿਹਾ ਮੇਰੇ ਦੋਸਤ ਨਾਲ ਵੀ। ਕਾਫੀ ਸਾਲਾਂ ਬਾਅਦ ਉਹਨਾਂ ਨੂੰ ਬੁਲਾਇਆ, ਇੱਥੇ ਮੇਰੇ ਘਰ ਸੌਂਦੇ ਹੁੰਦੇ ਸੀ। ਉਹ ਮੈਨੂੰ ਆ ਕੇ ਕਹਿੰਦੇ ਨੇ ਕਿ ਚਿੱਟੇ ਕੱਪੜਿਆਂ ਵਾਲਾ, ਚਿੱਟੀ ਦਸਤਾਰ ਵਾਲਾ ਆ ਕੇ ਮੈਨੂੰ ਕਹਿੰਦਾ, ਉੱਠ ਓਏ, ਤੂੰ ਇੱਥੇ ਸੁੱਤਾ ਹੈ ਇਸ ਘਰ ਦੇ ਵਿੱਚ, ਉੱਠ ਕੇ ਨਾਮ ਜਪ, ਨਾਇਆ ਕਰ ਤੇ ਸਵੇਰੇ ਨਾਮ ਜਪਿਆ ਕਰ, ਉੱਠ। ਔਰ ਉਹ ਮੈਨੂੰ ਕਹਿ ਰਿਹਾ ਹੈ ਕਿ ਚਿੱਟੇ ਵਸਤਰ ਦੇ ਵਿੱਚ, ਦਸਤਾਰ ਦੇ ਵਿੱਚ, ਮੈਨੂੰ ਏਦਾਂ ਸੰਤਾਂ ਨੇ ਕੁਛ ਕਿਹਾ। ਤੇ ਉਸ ਦਿਨ ਤੋਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਉਹ ਸਿਮਰਨ ਕਰਨ ਲੱਗ ਗਿਆ। ਫਿਰ ਉਸ ਤੋਂ ਬਾਅਦ ਫਿਰ ਮਿਲੇ, ਉਹਨਾਂ ਨੇ ਕੋਈ ਗੱਲ ਕਹੀ ਉਹਨਾਂ ਨੂੰ, ਤੇ ਜਦੋਂ ਅਸੀਂ ਬੈਠੇ ਤੇ ਉਹਨਾਂ ਨੇ ਮੈਨੂੰ ਗੱਲ ਪੁੱਛੀ। ਮੈਂ ਕਿਹਾ ਹਾਂ ਏਦਾਂ। ਮੈਂ ਤੈਨੂੰ ਕਿਹਨੇ ਕਹੀ? ਕਹਿੰਦੇ ਯਾਰ ਉਹ ਚਿੱਟੇ ਕੱਪੜੇ ਵਾਲਾ। ਸੋ ਆਪ ਦੇਖ ਸਕਦੇ ਹੋ ਗੁਰੂ ਮਹਾਰਾਜ ਜੀ ਦੀ ਹਾਜ਼ਰੀ, ਗੁਰੂ ਮਹਾਰਾਜ ਜੀ ਦਾ ਪ੍ਰਕਾਸ਼। ਸਰੀਰ ਨਹੀਂ, ਹਮੇਸ਼ਾ ਮਹਾਰਾਜ ਕਿਹਾ ਕਰਦੇ ਸੀ, ਮੇਰੇ ਸਰੀਰ ਦੇ ਨਾਲ ਪਿਆਰ ਨਾ ਕਰੋ, ਉਹਦੇ ਨਾਲ ਪਿਆਰ ਕਰੋ ਜੋ ਉਹ ਤਾਕਤ ਆ, ਲੌਕਿਕ ਤਾਕਤ ਹੈ। ਇਸ ਸਰੀਰ ਤੇ ਚਲ ਜਾਣਾ ਆਪ ਸਭ ਵਾਂਗੂ। ਸੋ ਉਹਨਾਂ ਨੂੰ ਦਰਸ਼ਨ ਹੋਏ। ਫਿਰ ਉਸ ਲੀਗ ਦੇ ਵਿੱਚ ਇੱਕ ਬਰਮਿੰਘਮ ਦੀ ਟੀਮ ਸੀ। ਬਰਮਿੰਘਮ ਦੀ ਟੀਮ ਜੋ ਅਮਰਜੀਤ, ਮੇਰੇ ਜੋ ਗੁੱਡੀ ਦੇ ਹਸਬੈਂਡ ਹੈ, ਜਵਾਈ, ਤੇ ਮੇਰੀ ਬਹੂ ਰਾਣੀ ਸਦੀਨਾ, ਇਹਨਾਂ ਦੋਨਾਂ ਨੇ ਰਲ ਕੇ ਇਹ ਟੀਮ ਲਈ। ਔਰ ਜਿਨ੍ਹਾਂ ਨੂੰ ਕਬੱਡੀ ਦੀ ABC ਨਹੀਂ ਪਤਾ ਸੀਗਾ, ਮੈਂ ਗਾਈਡ ਕੀਤਾ ਔਰ ਉਹਨਾਂ ਨੇ ਟੀਮ ਲਈ। ਔਰ ਉਹ ਇਸ ਟੀਮ 'ਚ ਇੰਨੇ ਖੁੱਭ ਗਏ, ਉੱਪਰ ਥੱਲੇ ਹੁੰਦਿਆਂ ਫਾਈਨਲ 'ਚ ਪਹੁੰਚ ਗਏ। ਤੇ ਇਸ ਪਹਿਲੀ ਲੀਗ ਦੇ ਵਿੱਚ 8 ਟੀਮਾਂ ਚੋਂ ਜੋ ਬਰਮਿੰਘਮ ਦੀ ਟੀਮ, ਉਹਨਾਂ ਦੀ ਟੀਮ ਚੈਂਪੀਅਨ ਹੋਈ, ਜਿਹਨੇ ਟਰੋਫੀ ਜਿੱਤੀ। ਔਰ ਭੈਣਾਂ ਜਦ ਇੱਥੇ ਸੀ, ਉਹ ਵੀ 2 ਟੂਰਨਾਮੈਂਟ ਦੇ ਵਿੱਚ ਗਈਆਂ। ਉਹਨਾਂ ਨੇ ਵੀ ਪਹਿਲੀ ਵਾਰੀ ਕਬੱਡੀ ਦੇਖੀ। ਜੋ ਦਾਸ ਕਰਦਾ, ਸੁਣਦੇ ਹੁੰਦੇ ਸੀ ਕਿ ਮੈਂ ਵੱਖਰੇ ਸ਼ਹਿਰਾਂ ਜਾਂਦਾ। ਉਹ ਵੀ 2 ਦਿਨ ਆ ਕੇ ਮੇਰੀ ਬਿਟੀਆ ਦੇ ਨਾਲ ਕਬੱਡੀ ਦੇਖੀ। ਔਰ ਫਾਈਨਲ ਨਹੀਂ ਦੇ ਸਕੇ, ਉਹ ਇੰਡੀਆ ਚਲੇ ਗਏ ਸੀ, ਤੇ ਫਾਈਨਲ ਗਲਾਸਗੋ ਸੀ। ਔਰ ਉੱਥੇ ਉਹਨਾਂ ਦਾ ਧਿਆਨ ਇੱਥੇ ਕਬੱਡੀ 'ਚ ਲੱਗਿਆ ਹੋਇਆ ਸੀਗਾ। ਔਰ ਉਹਨਾਂ ਨੂੰ ਮਹਾਰਾਜ ਜੀ ਨੇ ਦਰਸ਼ਨ ਦਿੱਤੇ। ਔਰ ਉਹਨਾਂ ਨੇ ਇਹ ਦੇਖਿਆ ਕਿ ਮਹਾਰਾਜ ਜੀ ਕਬੱਡੀ ਦੇ ਉਹ ਵੈਨਿਊ ਦੇ ਵਿੱਚ ਫਿਰ ਰਹੇ ਨੇ, ਚੈੱਕ ਸ਼ਰਟ ਪਾਈ ਹੋਈ ਹੈ। ਤੇ ਜਦੋਂ ਬਰਮਿੰਘਮ ਦਾ ਮੈਚ ਹੋ ਰਿਹਾ ਸੀ ਫਾਈਨਲ, ਉਹ ਦੇਖ ਰਹੇ ਸੀ ਤੇ ਹੱਸ ਰਹੇ ਸੀ। ਤੇ ਇਹ ਦੇਖੋ, ਨਾ ਉਮੀਦ ਦੀ ਉਮੀਦ ਬਣ ਗਈ ਤੇ ਬਰਮਿੰਘਮ ਚੈਂਪੀਅਨ, ਬਰਮਿੰਘਮ ਬੁੱਲ ਚੈਂਪੀਅਨ ਬਣ ਗਿਆ।
ਸੋ ਇਸ ਚੀਜ਼ ਨੂੰ ਆਪ ਜੀ ਸੋਚੋ, ਇੱਕ ਇਤਫਾਕ ਹੈ, ਪਰ ਮੈਂ ਇਹ ਕਹਿੰਦਾ ਉਹ ਦਾਤੇ ਦੀ ਦਇਆ ਹੈ। ਜਦੋਂ ਆਪ ਜੀ ਯਾਦ ਕਰਦੇ ਹੋ ਸੱਚੇ ਮਨ ਤੋਂ, ਔਰ ਉਹ ਆਪ ਜੀ ਦੇ ਨਾਲ ਹੁੰਦਾ, ਉਹ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। ਅੱਜ ਭਾਗਾਂ ਭਰਿਆ ਉਹ ਦਿਨ ਹੈ, 5 ਮਈ 1983, ਜਦੋਂ ਹਜ਼ੂਰ ਮਹਾਰਾਜ ਜੀ ਨੇ ਯੁਵਾ ਦਾਸ ਧਰਮ ਲੋਨੀ ਦਰਬਾਰ ਬਣਾਈ ਸੀ। ਯੁਵਾ ਦਾਸ ਧਰਮ ਅੱਜ ਦੇ ਦਿਨ ਤੇ 5 ਮਈ 1983। ਆਪ ਸਭ ਜੀ ਨੂੰ ਬਹੁਤ ਬਹੁਤ ਵਧਾਈਆਂ। ਕਿ ਮਹਾਰਾਜ ਜੀ ਕਹਿੰਦੇ ਸੀ ਦਾਸ ਧਰਮ ਤੇ ਯੁਵਾ ਦਾਸ ਧਰਮ, ਕਹਿੰਦੇ ਸੀ ਦਾਸ ਧਰਮ ਸਪਿਰਚੁਅਲ ਦੇ ਕੰਮ ਕਰਿਆ ਕਰੇਗਾ, ਲੋਕਾਂ ਨੂੰ ਰੱਬ ਨਾਲ ਜੋੜਿਆ ਕਰੇਗਾ, ਔਰ ਜੋ ਧਰਮ ਕਰਮ ਕਰਿਆ ਕਰੇਗਾ। ਔਰ ਜੋ ਯੁਵਾ ਦਾਸ ਧਰਮ ਹੈ, ਉਹ ਉਹਨਾਂ ਲੋਕਾਂ ਦੀ ਜਾ ਕੇ ਹੈਲਪ ਕਰਿਆ ਕਰਨਗੇ ਜਿੱਥੇ ਕਿਤੇ ਕੋਈ ਔਕੜ ਮੁਸੀਬਤ ਆਇਆ ਕਰੇਗੀ, ਔਰ ਸੇਵਕਾਂ ਦੇ ਵਿਆਹਾਂ ਤੇ ਉਹ ਜਾ ਕੇ ਹੈਲਪ ਕਰਿਆ ਕਰਨਗੇ, ਉਹਨਾਂ ਦੀ ਮਦਦ ਕਰਿਆ ਕਰਨਗੇ, ਉਹਨਾਂ ਦੀਆਂ ਬਾਹਾਂ ਬਣਿਆ ਕਰਨਗੇ। ਔਰ ਯੁਵਾ ਦਾਸ ਧਰਮ ਜੋ ਸੇਵਕ ਦਾਸ ਧਰਮ ਦੇ ਬਣਨਗੇ, ਉਹਨਾਂ ਦੇ ਯੁਵਾ ਨੂੰ ਮਾਰਗ ਦਰਸ਼ਨ ਕਰੇਗਾ, ਉਹਨਾਂ ਨੂੰ ਐਜੂਕੇਸ਼ਨ ਦਿਆ ਕਰੇਗਾ। ਸੋ ਅੱਜ ਉਸ ਯੁਵਾ ਦਾਸ ਧਰਮ ਦਾ ਸਥਾਪਨਾ ਦਿਵਸ ਡੇ ਹੈ, ਜੋ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ। ਮੈਂ ਆਸ ਕਰਦਾ ਇਸ ਐਪੀਸੋਡ 'ਚ ਆਪ ਜੀ ਨੂੰ ਕੁਛ ਜ਼ਰੂਰ ਕੀ ਕਹਿੰਦੇ ਆ ਕਿ ਆਪਣੇ ਜੀਵਨ 'ਚ ਢਾਲਣ ਵਾਸਤੇ ਸਿੱਖਿਆ ਮਿਲੇਗੀ ਕਿ ਹਜ਼ੂਰ ਮਹਾਰਾਜ ਜੀ ਨੇ ਜੋ ਕਿਹਾ ਉਹ ਪੂਰਾ ਹੋਏਗਾ, ਉਹ ਟਲ ਹੈ, ਉਹ ਹੋ ਕੇ ਰਹੇਗਾ। ਕਦੋਂ, ਕਿੱਥੇ, ਇਹ ਉਸ ਨੂੰ ਪਤਾ ਹੈਗਾ। ਤੇ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋ ਤਾਂ ਮਾਫੀ ਚਾਹੁੰਦਾ। ਅੱਜ ਦੇ ਲਈ ਇੰਨਾ ਹੀ। ਤੇ ਕਿਸੇ ਸੇਵਕ ਨੇ ਇਹ ਵੀ ਕਿਹਾ ਕਿ ਆਪ ਜੀ ਜੋ ਮਹਾਰਾਜ ਜੀ ਨੇ ਬਾਣੀ ਲਿਖੀ ਹੈ, ਕਿੱਥੇ ਸ਼ੁਰੂਆਤ ਹੋਈ ਸੀ ਉਹਦੀ, ਔਰ ਕਿਸ ਤਰ੍ਹਾਂ ਉਹ ਮਾਹੌਲ ਬਣਿਆ ਸੀ ਜਦੋਂ ਮਹਾਰਾਜ ਜੀ ਬਾਣੀ ਉਚਾਰਦੇ ਹੁੰਦੇ ਸੀ। ਸੋ ਗਾਂ ਐਪੀਸੋਡ 'ਚ ਮੈਂ ਆਪ ਜੀ ਨੂੰ ਇਹਦੇ ਬਾਰੇ ਜ਼ਰੂਰ ਦੱਸਾਂਗਾ। ਦੂਸਰਾ ਉਹਨਾਂ ਦਾ ਸਵਾਲ ਸੀਗਾ ਕਿ ਹਜ਼ੂਰ ਮਹਾਰਾਜ ਜੀ ਨੂੰ ਜੋਤੀ ਪ੍ਰਕਾਸ਼, ਕਿ ਸਭ ਲੋਕਾਂ ਕਈਆਂ ਦੀ ਆਪਣੀ ਵੱਖਰੀ ਵੱਖਰੀ ਰਾਏ ਹੈ ਕਿ ਜੋਤੀ 13 ਸਾਲਾਂ 'ਚ ਮਿਲੀ ਸੀ ਜਾਂ 13 ਸਾਲਾਂ 'ਚ ਦਰਸ਼ਨ ਹੋਏ ਸੀ, ਕਿ ਜੋਤ ਦੇ ਦਰਸ਼ਨ ਹੋਏ ਸੀ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ ਸੀ, ਜਾਂ ਫਿਰ 17 ਸਾਲਾਂ 'ਚ। ਸੋ ਇਹਨਾਂ ਬਾਰੇ ਆਪਾਂ ਅਗਲੇ ਐਪੀਸੋਡ 'ਚ ਚਰਚਾ ਕਰਾਂਗੇ। ਅੱਜ ਦੇ ਲਈ ਇੰਨਾ ਹੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਧੰਨ ਗੁਰਦਰਸ਼ਨ। ਜੇ ਤੂੰ ਨਾ ਫੜਦਾ ਸਾਡੀ ਬਾਂਹ, ਅਸਾਂ ਰੁੱਲ ਜਾਣਾ ਸੀ। ਜੇ ਤੂੰ ਨਾ ਫੜਦਾ ਸਾਡੀ ਬਾਂਹ, ਅਸਾਂ ਡੁੱਬ ਜਾਣਾ ਸੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।